श्री वाहिगुरु साहिब जियो। गुरपुरा जन सिमरिया से भये निहाल। नानक नाम रखना कारज आवे रासो। सतनाम श्री वाहिगुरु साहिब जियो। जग रचना सब झूठ है, जान लिहो रे मीत। कह नानक थिर ना रह, ज्यों बालू की भीत। जग रचना सब झूठ है, जान लिहो रे मीत। कह नानक थिर ना रह, ज्यों बालू की भीत। राम गयो रावण गयो, जाको बहु परिवार। कहो नानक थिर कछ नहीं, सुपने ज्यों संसार। कहो नानक थिर कछ नहीं, सुपने ज्यों संसार। वाहिगुरु जी का खालसा, वाहिगुरु जी की फतेह। धन धन साहिब श्री गुरु ग्रंथ साहिब पातशाह जी दी साजी नवाजी गोद अंदर जुड़ मिल बैठी गुरु प्यारी गुरु सवारी साध संगत जीओ। सतगुरां ने कृपा बख्शिश की है। संध्या वेले दे पावन दीवाना पर हाजरियां लवा रहे हैं। रहरा साहब की पावन बाणी के पाठ सत्कारयोग भाई साहब पासों आप जी ने बड़े प्यार नाल श्रवण किए हैं। आओ समा है गुरमत विचारों का। धन गुरु श्री गुरु तेग बहादुर महाराज पातशाह जी की पवित्र रचना को उच्चारण किया हुआ पवित्र श्लोक नंबर 49 ਅਤੇ 50 आप जी ने श्रवण किए ने। सतगुरु पातशाह जी कृपा करते ने। जग रचना सब झूठ है, जान लेहो रे मीत। हे मित्र, इस गल नूं सच्ची जान कि जो जगत की सारी रचना है ये नाशवंत है, बिनसनहार है, सदा रहने वाली है। जिवें एक दरख्त की छां हमेशा नहीं रहिंदी, जिवें पानी उत्ते बने हुए बुदबुदे सदैव नहीं रहिंदे, बढ़ते ने मिट जाते हैं, फिर नवे बढ़ते हैं, फिर मिट जाते हैं। ये जगत भी इस तरह है, ये बन रहा है, मिट रहा है, फिर बनता है, फिर मिटता है। महाराज बाणी में आखते ने कई बार पसरियो पासार। ये पासारा कई बारी पसरिया है। ये रचना संसार की किन्ने बारी बनी है, किन्ने बारी मिट गई, किन्ने बारी खत्म हो गई। ये सदैव काल रहने वाली नहीं, हमेशा रहने वाली नहीं। पातशाह जी आखने कह नानक थिर ना रह, ज्यों बालू की भीत। जिवें कोई रेत की कंध बना के ते आखे भी मैं ਇਹ ਰੇਤ ਦੀਆਂ ਕੰਧਾਂ ਦੇ ਵਿੱਚ ਸਦੀਵ ਕਾਲ ਲਈ ਸੁਖ ਮਾਣ ਸਕਦਾ ਹਾਂ। महाराज कह लगे थोड़ी जी हवा की चले
ਉਹ ਰੇਤ ਦੀ ਬਣੀ ਹੋਈ ਕੰਧ ਜਿਹੜੀ ਹੈ ਬਹੁਤ ਜਲਦੀ ਡਿੱਗ ਜਾਵੇਗੀ। ਉਹਦੇ ਤੋਂ ਕੋਈ ਮਨੁੱਖ ਆਰਾਮ, ਕੋਈ ਸੁੱਖ ਪ੍ਰਾਪਤ ਨਹੀਂ ਕਰ ਸਕਦਾ। ਰੇਤ ਦੀਆਂ ਬਣੀਆਂ ਹੋਈਆਂ ਕੰਧਾਂ ਦੀ ਕੋਈ ਮਿਆਦ ਨਹੀਂ ਹੁੰਦੀ। ਜਗਤ ਦੀ ਜਿਹੜੀ ਰਚਨਾ ਹੈ ਉਹ ਉਸ ਬਾਲੂ ਦੀ ਕੰਧ ਵਰਗੀ ਜੋ ਕਿ ਰੇਤ ਤੋਂ ਬਣੀ ਹੋਈ ਹੈ, ਉਹਦਾ ਕੋਈ ਪਤਾ ਨਹੀਂ ਕਿਸ ਛਿਨ ਕਦੋਂ ਨੇ ਡਿੱਗ ਜਾਣਾ ਹੈ। ਤਾਂ ਇਹ ਰਚਨਾ ਜਿਹੜੀ ਹੈ ਇਹ ਨਾਸ਼ਵੰਤ ਹੈ, ਇਹ ਸਦੀਵ ਹਮੇਸ਼ਾ ਰਹਿਣ ਵਾਲੀ ਨਹੀਂ। ਦੂਜਾ ਵਚਨ ਮਹਾਰਾਜ ਨੇ ਕੀਤਾ, ਕਹਿਣ ਲੱਗੇ, ਉਦਾਹਰਣ ਦਿੱਤੀ ਕਿ ਵੇਖ ਰਾਮ ਵੱਲ ਵੇਖ, ਰਾਵਣ ਵੱਲ ਵੇਖ, ਉਹ ਵੀ ਇਸ ਰਚਨਾ ਦੇ ਇੱਕ ਹਿੱਸਾ ਨੇ, ਪਾਰਟ ਨੇ, ਹੈ ਤੇ ਇਸੇ ਹੀ ਸੰਸਾਰ, ਇਸੇ ਹੀ ਜਗਤ ਵਿੱਚ ਰਹੇ, ਪਰ ਉਹ ਇੰਝ ਲੱਗਦੇ ਨੇ ਜਿਵੇਂ ਬੀਤਾ ਹੋਇਆ ਸੁਪਨਾ। ਜਿਵੇਂ ਮਨੁੱਖ ਸੁਪਨਾ ਵੇਖਦਾ ਹੈ ਤੇ ਅੱਖ ਖੁੱਲੇ ਤੇ ਮਨੁੱਖ ਉਸ ਸੁਪਨੇ ਨੂੰ ਪੁਰਾਣਾ ਕਹਿੰਦਾ ਹੈ, ਕਿਉਂਕਿ ਉਹ ਬੀਤ ਜਾਂਦਾ ਹੈ। ਮਹਾਰਾਜ ਕਹਿ ਲਗੇ, ਰਾਮਚੰਦਰ ਵਰਗੇ, ਰਾਵਣ ਵਰਗੇ ਸੰਸਾਰ ਵਿੱਚ ਜਿਨ੍ਹਾਂ ਦੇ ਬਹੁਤ ਵੱਡੇ ਵੱਡੇ ਪਰਿਵਾਰ ਹੋਏ, ਉਹ ਵੀ ਸਦੀਵ ਕਾਲੀ ਸੰਸਾਰ ਵਿੱਚ ਨਹੀਂ ਰਹੇ, ਉਹ ਵੀ ਸੁਪਨੇ ਦੇ ਨਿਆਈ ਸਨ। ਤਾਂ ਇਸ ਦਾ ਮਤਲਬ ਜੋ ਪਰਮਾਤਮਾ ਦੀ ਰਚਨਾ ਹੈ ਉਹ ਸਦੀਵ ਕਾਲ ਲਈ ਰਹਿਣ ਵਾਲੀ ਨਹੀਂ, ਬਿਨਸਨਹਾਰ ਹੈ, ਹਮੇਸ਼ਾ ਰਹਿਣ ਵਾਲੀ। ਮਹਾਰਾਜ ਨੇ ਆਖਿਆ, ਕਹਿਣਗੇ ਉਸੇ ਹੀ ਜਗਤ ਰੂਪੀ ਰਚਨਾ ਦੇ ਵਿੱਚ ਤੂੰ ਵੀ ਰਹਿਣਾ ਤੇ ਤੂੰ ਵੀ ਸਦੀਵ ਕਾਲ ਲਈ ਇਸ ਸੰਸਾਰ ਵਿੱਚ ਹਮੇਸ਼ਾ ਰਹਿਣ ਵਾਸਤੇ ਨਹੀਂ ਆਇਆ, ਨਾ ਹੀ ਸਦਾ ਤੂੰ ਰਹਿਣਾ ਹੈ। ਹਾਲਾਂਕਿ ਮਨੁੱਖ ਯਤਨ ਇੰਨੇ ਕਰਦਾ ਹੈ, ਕੋਸ਼ਿਸ਼ਾਂ ਇੰਨੀਆਂ ਕਰਦਾ ਹੈ, ਪੱਕੇ ਤੋਂ ਪੱਕੇ ਮਕਾਨ, ਬਿਲਡਿੰਗਾਂ ਇਸ ਕਰਕੇ ਬਣਾਉਂਦਾ ਹੈ, ਸ਼ਾਇਦ ਮੈਂ ਹਮੇਸ਼ਾ ਪੱਕਿਆਂ ਹੀ ਇੱਥੇ ਰਹਿਣਾ ਹੈ। ਪਰ ਮਹਾਰਾਜ ਆਖਦੇ ਨੇ, ਕਹਿਣਗੇ ਨਹੀਂ, ਨਾ ਇਹ ਸੰਸਾਰ ਦੀ ਜਿਹੜੀ ਰਚਨਾ ਹੈ ਨਾਸ਼ਵੰਤ ਹੈ, ਝੂਠੀ ਹੈ, ਨਾ ਉਹਨੇ ਰਹਿਣਾ ਹੈ ਤੇ ਉਸ ਰਚਨਾ ਵਿੱਚ ਤੂੰ ਰਹਿਣਾ ਹੈ। ਤੂੰ ਵੀ ਸਦੀਵ ਨਹੀਂ ਰਹਿਣਾ। ਕੇਵਲ ਤਾਂ ਕੇਵਲ ਇੱਕ ਚੀਜ਼ ਸਦੀਵ ਹੈ, ਉਹ ਹੈ ਅਕਾਲ ਪੁਰਖ, ਪਰਮਾਤਮਾ, ਪਰਮੇਸ਼ਰ, ਜਿਹੜਾ ਕਦੀ ਵੀ ਬਿਨਸਦਾ ਨਹੀਂ, ਕਦੀ ਵੀ ਨਾਸ਼ ਨਹੀਂ ਹੁੰਦਾ। ਜਦੋਂ ਇਹ ਰਚਨਾ ਨਹੀਂ ਸੀ ਉਦੋਂ ਵੀ ਅਕਾਲ ਪੁਰਖ ਪਰਮਾਤਮਾ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ ਨਾ ਜਪਜੀ ਸਾਹਿਬ ਵਿੱਚ, ਤੇ ਮਹਾਰਾਜ ਕਿਰਪਾ ਕਰਦੇ ਨੇ, ਕਹਿ ਲਗੇ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਮਨੁੱਖਤਾ ਨੇ ਤਿੰਨ ਕਾਲ ਦੱਸੇ, ਇੱਕ ਜਿਹੜਾ ਕਿ ਬੀਤ ਗਿਆ, ਜਿਹਨੂੰ ਆਪਾਂ ਕਹਿ ਦਿੰਦੇ ਆ ਭੂਤ ਕਾਲ, ਇੱਕ ਜਿਹੜਾ ਚੱਲ ਰਿਹਾ ਹੈ, ਜਿਹੜਾ ਇੱਕ ਆਉਣਾ ਹੈ ਭਵਿੱਖ ਕਾਲ। ਇਹ ਤਿੰਨ ਕਾਲ ਜਿਹਨੂੰ ਆਪਾਂ ਕਹਿ ਦਿੰਦੇ ਆ ਪਾਸਟ, ਫਿਊਚਰ, ਪ੍ਰੈਜ਼ੈਂਟ। ਇਹ ਤਿੰਨ ਕਾਲ ਮਨੁੱਖ ਮੰਨਦਾ ਹੈ, ਪਰ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਦੱਸੇ। ਇੱਕ ਮਹਾਰਾਜ ਕਹਿਣਗੇ ਆਦਿ ਸੱਚ, ਉਹ ਆਦਿ ਜਦੋਂ ਇਹ ਸੰਸਾਰ ਦੀ ਰਚਨਾ ਬਣੀ, ਜਦੋਂ ਕੋਈ ਸੰਸਾਰ ਹੋਂਦ ਵਿੱਚ ਆਇਆ ਹੈ, ਆਖਰ ਬਣਾਇਆ ਤੇ ਅਕਾਲ ਪੁਰਖ ਨੇ ਹੈ, ਰਚਨਾ ਤੇ ਉਹਨੇ ਬਣਾਈ ਹੈ। ਇਹਦਾ ਮਤਲਬ ਰਚਨਾ ਬਣਾਉਣ ਵਾਲਾ ਪਹਿਲਾਂ ਸੀ। ਮੰਨ ਲਓ ਕੋਈ ਕਿਸੇ ਚੀਜ਼ ਨੂੰ ਬਣਾਉਂਦਾ ਹੈ, ਘਰ ਨੂੰ ਬਣਾਉਂਦਾ ਹੈ, ਤੇ ਘਰ ਨੂੰ ਬਣਾਉਣ ਵਾਲਾ ਪਹਿਲਾਂ ਹੈ ਤਾਂ ਘਰ ਬਣਿਆ, ਨਾ ਕਿ ਘਰ ਪਹਿਲਾਂ ਸੀ, ਬਣਾਉਣ ਵਾਲਾ ਬਾਅਦ ਵਿੱਚ ਆਇਆ। ਕੋਈ ਵੀ ਸੰਸਾਰ ਦੀ ਚੀਜ਼ ਅਗਰ ਬਣੀ ਹੈ, ਕਾਇਨਾਤ ਨਜ਼ਰ ਆਉਂਦੀ ਹੈ, ਤੇ ਇਹਨੂੰ ਬਣਾਉਣ ਵਾਲਾ ਪਹਿਲਾਂ ਸੀ ਅਕਾਲ ਪੁਰਖ। ਤਾਂ ਅਕਾਲ ਪੁਰਖ ਮੁੱਢ ਤੋਂ ਹੈ, ਸ਼ੁਰੂ ਤੋਂ ਹੈ, ਆਦਿ ਸੱਚ। ਜੁਗਾਦ ਕਹਿੰਦੇ ਨੇ ਜਿਹੜਾ ਜੁਗਾਂ ਜੁਗਾਂ ਤੋਂ ਹੈ, ਹਰ ਯੁੱਗ ਵਿੱਚ ਹੈ, ਉਹ ਅਕਾਲ ਪੁਰਖ ਹਰ ਯੁੱਗ ਵਿੱਚ ਸੀ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਉਹ ਹੁਣ ਵੀ ਹੈ, ਇਸ ਸਮੇਂ ਵੀ ਹੈ, ਅੱਜ ਵੀ ਹੈ, ਨਾਨਕ ਹੋਸੀ ਵੀ ਸੱਚ। ਕਹਿ ਲਗੇ ਜੇ ਅੱਜ ਇਹ ਸੰਸਾਰ ਹੈ ਤੇ ਪਰਮਾਤਮਾ ਹੈ, ਜੇ ਸੰਸਾਰ ਨਾ ਵੀ ਹੋਵੇਗਾ ਪਰਮਾਤਮਾ ਉਦੋਂ ਵੀ ਹੋਵੇਗਾ। ਇਹ ਜਗਤ ਪਹਿਲਾਂ ਨਹੀਂ ਸੀ ਤਾਂ ਵੀ ਅਕਾਲ ਪੁਰਖ ਸੀ। ਇਹ ਸੰਸਾਰ, ਇਹ ਰਚਨਾ ਉਹਨੇ ਬਣਾਈ,
ਤੇ ਤਾਂ ਵੀ ਉਹ ਸੰਸਾਰ ਵਿੱਚ ਹੈ। ਜੇ ਸੰਸਾਰ ਨਾ ਹੋਇਆ ਤਾਂ ਵੀ ਅਕਾਲ ਪੁਰਖ ਰਹੇਗਾ। ਭਾਵ ਉਹ ਸਦੀਵ ਕਾਲ ਲਈ ਹੈ, ਉਹ ਹਮੇਸ਼ਾ ਲਈ ਹੈ। ਉਹ ਰਚਨਾ ਬਣਾ ਕੇ ਇਸ ਰਚਨਾ ਨੂੰ ਮਿਟਾ ਸਕਦਾ ਹੈ, ਪਰ ਉਹ ਆਪ ਸਦਾ ਕਾਇਮ ਹੈ। ਤਾਂ ਮਹਾਰਾਜ ਨੇ ਕਿਰਪਾ ਕੀਤੀ ਵੀ ਤੂੰ ਇੱਕ ਕੰਮ ਕਰ, ਤੂੰ ਉਹਦੀ ਰਚਨਾ ਨਾਲ ਸਾਂਝ ਨਾ ਪਾ, ਬਲਕਿ ਰਚਨਹਾਰ ਅਕਾਲ ਪੁਰਖ ਨਾਲ ਸਾਂਝ ਪਾ। ਤੂੰ ਉਸ ਦੇ ਬਣਾਏ ਹੋਏ ਇਸ ਸੰਸਾਰ ਨਾਲ ਸਾਂਝ ਨਾ ਪਾ, ਬਲਕਿ ਤੂੰ ਉਹਦੇ ਨਾਲ ਸਾਂਝ ਪਾ ਜਿਹਨੇ ਇਸ ਸੰਸਾਰ ਨੂੰ ਬਣਾਇਆ ਹੈ। ਬੜੀ ਕਿਰਪਾ ਕੀਤੀ ਮਹਾਰਾਜ ਨੇ। ਵੇਖੋ, ਦੋ ਐਸੇ ਨਾਮ ਸਾਡੇ ਸਾਹਮਣੇ ਰੱਖੇ ਨੇ ਜਿਹੜੇ ਬੜੀ ਹੀ ਤਾਕਤ ਵਾਲੇ ਸਨ। ਇੱਕ ਨਾਮ ਮਹਾਰਾਜ ਦੀ ਬਾਣੀ ਵਿੱਚ ਆਉਂਦਾ ਹੈ, ਸਾਹਿਬ ਆਖਦੇ ਨੇ ਹਾਲਤ ਕੀ ਹੋਈ। ਸਾਹਿਬ ਆਖਦੇ ਨੇ ਰਾਮਚੰਦਰ ਜੀ ਜਿਸ ਸਮੇਂ ਕਹਿ ਲਗੇ ਸਮੇਂ ਦਾ ਦੈਨ, ਜਿਹਨੂੰ ਲੋਕ ਰਾਖਸ਼ ਕਹਿੰਦੇ ਸਨ, ਰਾਵਣ, 4 ਵੇਦਾਂ ਦਾ ਗਿਆਤਾ, ਜਿਹੜਾ ਮੌਤ ਨੂੰ ਆਪਣੇ ਪਾਵੇ ਨਾਲ ਬੰਨ੍ਹ ਲੈਂਦਾ ਹੈ। ਇਹ ਬੜੀ ਵੱਡੀ ਗੱਲ ਪ੍ਰਚਲਿਤ ਹੈ ਕਿ ਉਹਨੇ ਸਾਰੇ ਮੌਤ ਦੇ ਦਰਵਾਜ਼ੇ ਬੰਦ ਕਰ ਦਿੱਤੇ। ਪਰ ਉਹ ਬਣਾਉਣ ਵਾਲਾ ਜਿਹਨੇ ਕਾਇਨਾਤ ਨੂੰ ਬਣਾਇਆ, ਕਹਿ ਲਗੇ ਮਲਕਤ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਕਹਿ ਲਗੇ ਸਾਰੇ ਦਰਵਾਜ਼ੇ ਤੋੜ ਕੇ ਮੌਤ ਆ ਗਈ। ਕਹਿ ਲਗੇ ਰਾਵਣ ਦੇ ਕੋਲ ਕੋਈ ਚਾਰਾ ਨਹੀਂ ਸੀ ਉਸ ਮੌਤ ਤੋਂ ਬਚ ਸਕਦਾ। ਤਰੀਕਾ ਭਾਵੇਂ ਕੋਈ ਵੀ ਹੋਵੇ, ਢੰਗ ਭਾਵੇਂ ਕੋਈ ਵੀ ਹੋਵੇ, ਕਾਰਨ ਕੋਈ ਵੀ ਹੋਵੇ, ਪਰ ਮੌਤ ਨੂੰ ਅਸਲ ਦੇ ਵਿੱਚ ਰਾਵਣ ਵੀ ਹਰਾ ਨਹੀਂ ਸਕਿਆ। ਕਹਿ ਲਗੇ ਸਮੇਂ ਦਾ ਬਾਦਸ਼ਾਹ, ਸਮੇਂ ਦਾ ਰਾਜਾ ਰਾਮਚੰਦਰ, ਕਹਿ ਲਗੇ ਉਹ ਵੀ ਸਰੀਰ ਕਰਕੇ ਸੰਸਾਰ ਦੇ ਵਿੱਚ ਨਹੀਂ। ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ। ਤੇ ਕੀ ਰਾਵਣ ਦਾ ਪਰਿਵਾਰ ਛੋਟਾ ਸੀ? ਮਹਾਰਾਜ ਬਾਣੀ ਵਿੱਚ ਆਖਦੇ ਨੇ 1 ਲੱਖ ਪੂਤ 1.25 ਲੱਖ ਨਾਤੀ, ਤੈ ਰਾਵਣ ਘਰ ਦਿਆ ਨਾ ਬਾਤੀ। ਕਹਿਣ ਲੱਗੇ ਸਰਬ ਸੋਇਲ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ। ਕਹਿਣ ਲੱਗੇ ਇੰਨੀ ਵੱਡੀ ਸੋਨੇ ਦੀ ਲੰਕਾ, ਤੇ ਕਹਿਣ ਲੱਗੇ ਵੇਖੋ ਜਰਾ ਉਹ ਰਾਵਣ, ਉਹਦੀ ਲੰਕਾ, ਉਹਦੀ ਉਹ ਸਾਰੀ ਫੌਜ, ਉਹਦੇ ਉਹ ਬੱਚੇ ਕਿੱਥੇ ਗਏ? ਕਹਾਂ ਭਏ ਦਰਬਾਂਦੇ ਹਾਥੀ, ਖਿਲਮੈ ਭਈ ਪਰਾਈ। ਨਾ ਉਹ ਤਾਕਤ, ਨਾ ਉਹ ਹਾਥੀ, ਨਾ ਧਨ, ਨਾ ਦੌਲਤ, ਨਾ ਉਹ ਬਲ ਉਦੋਂ ਕੰਮ ਆਇਆ ਜਦੋਂ ਮੌਤ ਸਾਹਮਣੇ ਆ ਕੇ ਖਲੋਤੀ। ਕਹਿਣ ਤੋਂ ਭਾਵ ਵੀ ਇਹ ਸੰਸਾਰ ਜਿਹੜਾ ਹੈ ਸਦੀਵ ਰਹਿਣ ਵਾਲਾ ਨਹੀਂ, ਤੇ ਤੂੰ ਇੱਥੇ ਸਦਾ ਹੀ ਡੇਰੇ ਲਾਉਣ ਦੀ ਮਨ ਵਿੱਚ ਵਿਚਾਰ ਬਣਾ ਕੇ ਬੈਠਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਨੇ ਰਹਿਣਾ ਸੰਸਾਰ ਵਿੱਚ ਹੈ, ਪਰ ਯਾਦ ਰੱਖੀ ਇਸ ਸੰਸਾਰ ਦੇ ਵਿੱਚ ਇੱਕ ਉਹ ਸ਼ਖਸੀਅਤ ਐਸੀ ਹੈ ਅਕਾਲ ਪੁਰਖ, ਜਿਹੜੀ ਕਦੀ ਮਰਦੀ ਨਹੀਂ, ਜਿਹੜੀ ਸਦਾ ਹੀ ਜਿਉਂਦੀ ਹੈ, ਜਿਹੜੀ ਸਦਾ ਰਹਿਣ ਵਾਲੀ ਹੈ। ਤੂੰ ਉਸ ਅਕਾਲ ਪੁਰਖ ਨਾਲ ਸਾਂਝ ਪਾ, ਉਸ ਅਕਾਲ ਪੁਰਖ ਨਾਲ ਪ੍ਰੇਮ ਪਾ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ। ਵੇਖੋ ਮਹਾਰਾਜ ਦਾ ਇੱਕ ਬਚਨ ਹੁੰਦਾ ਹੈ, ਸਾਹਿਬ ਆਖਦੇ ਨੇ ਵੀ ਇਹ ਸੰਸਾਰ ਜਿਹੜਾ ਨਾ ਇੱਕ ਕੋਠੜੀ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਕੋਠੜੀ, ਇਹ ਸੰਸਾਰ ਅਕਾਲ ਪੁਰਖ ਨੇ ਬਣਾਇਆ। ਤਾਂ ਉਹ ਸੱਚੇ ਦਾ ਵਿਸ਼ਵਾਸ ਹੈ, ਉਹ ਸੱਚ ਜਿਹੜਾ ਕਦੀ ਮਰਦਾ ਨਹੀਂ, ਜਿਹੜਾ ਮਿਟਦਾ ਨਹੀਂ, ਜਿਹੜਾ ਵਿਣਸਦਾ ਨਹੀਂ, ਜਿਹਦੇ ਤੇ ਕੋਈ ਸਮੇਂ ਦਾ ਪ੍ਰਭਾਵ ਨਹੀਂ, ਜਿਹਨੂੰ ਆਪਾਂ ਕਹਿੰਦੇ ਅਕਾਲ ਮੂਰਤ, ਜਿਹਨੂੰ ਆਪਾਂ ਕਹਿੰਦੇ ਆਜੂਨੀ ਸਹਿ ਭੰਗ। ਉਹ ਅਕਾਲ ਪੁਰਖ ਜਿਹੜਾ ਆਪਣੇ ਆਪ ਤੋਂ ਬਣਿਆ ਤੇ ਜੂਨਾ ਵਿੱਚ ਨਹੀਂ ਹੁੰਦਾ, ਜਿਹੜਾ ਹਮੇਸ਼ਾ ਰਹਿਣ ਵਾਲਾ। ਬਾਬਾ ਫਰੀਦ ਜੀ ਦਾ ਇੱਕ ਮੈਂ ਬਚਨ ਪੜ੍ਹਿਆ, ਤੇ ਬਾਬਾ ਫਰੀਦ ਜੀ ਨੇ ਸਾਡੇ ਵਰਗੇ ਜੀਵਾਂ ਨੂੰ ਸਿੱਖਿਆ ਦੇਣ ਵਾਸਤੇ ਉੱਥੇ ਬਚਨ ਉਚਾਰਨ ਕੀਤਾ। ਕਹਿਣ ਲੱਗੇ ਜਿਮੀ ਪੁੱਛੈ ਅਸਮਾਨ। ਇੱਕ ਦਿਨ ਕਹਿਣ ਲੱਗੇ ਆਸਮਾਨ ਨੇ ਜਿਮੀ ਭਾਵ ਜ਼ਮੀਨ ਦੇ ਨਾਲ ਗੱਲਬਾਤ ਕੀਤੀ। ਅਸਮਾਨ ਧਰਤੀ ਨੂੰ ਪੁੱਛਣ ਲੱਗਾ, ਕੀ ਪੁੱਛਦਾ? ਫਰੀਦਾ ਖੇਵਟ। ਕਹਿਣ ਲੱਗੇ ਜਿਹੜੇ ਸੰਸਾਰ ਦੇ ਅੰਦਰ ਬਹੁਤ ਵੱਡੇ ਵੱਡੇ ਧਨੀ ਲੋਕ ਸਨ, ਫਰੀਦਾ ਖੇਵਟ ਕਿਨ ਗਏ? ਅਸਮਾਨ ਨੇ ਪੁੱਛਿਆ ਧਰਤੀ ਨੂੰ ਵੀ ਤੇਰੇ ਉੱਤੇ ਬੜੇ ਵੱਡੇ ਵੱਡੇ ਯੋਧੇ ਰਹਿੰਦੇ ਸਨ, ਬੜੇ ਵੱਡੇ ਵੱਡੇ ਤਾਕਤਵਰ ਬਲ ਵਾਲੇ ਸੂਰਮੇ ਰਹਿੰਦੇ ਸਨ, ਬਹੁਤ ਧਨੀ ਲੋਕ ਰਹਿੰਦੇ ਸਨ, ਬੜੇ ਵੱਡੇ ਵੱਡੇ ਰਾਜੇ ਰਹਿੰਦੇ ਸਨ, ਜਿਹੜੇ ਇਸ ਗੱਲ ਦਾ ਦਾਅਵਾ ਕਰਦੇ ਸਨ ਵੀ ਅਸੀਂ ਹਰ ਇੱਕ ਚੀਜ਼ ਨੂੰ ਖਰੀਦ ਸਕਦੇ ਹਾਂ,
कोई भी चीज, कोई भी पदार्थ एक केवल आवाज मारन दे नाल उन्हां दे सामने पेश हो जाती सी। केवल एक बोल के कारण हजारां ते लखां दुनिया उन्हां अगे सीस झुका देती सी। प्रजा उन्हां दे एक बोल सुनदियां सार ही उन्हां दी गल नूं स्वीकार कर लैंदी सी। पर कित्थे गए वो ताकतवर? बाबा फरीद जी आखदे ने, समान ने पूछया भी कित्थे गए ने? ते अगों धरती ने आख्या, कह लगे आओ वेख असल दे विच किन्ने अज भी कबरां दे विच पए होए सड़दे ने पए, किन्ने कबरां विच पए होए ने, जेड़े पए होए सड़दे ने पए। ते कह लगे उन्हां दी जिहड़ी जिंद सी ना वो रब दे दर ते कह लगे उलामे पे सही। उलामे कादे? उलामे असल दे विच परमात्मा ने सानू इस संसार विच घल्लिया सी ते इस संसार विच आके असीं करना की सी, साडा मकसद की सी, साडा मनोरथ की सी। कह लगे एक बूंद जिहड़ी सागर तो पैदा भाप बन के जदों वो आकाश तो थले आई ते बूंद जदों पहाड़ी की चोटी ते है ते उन्होंने असल दे विच हंकार हो गया, उन्होंने अपनी मंजिल विसर गई, उन्होंने उहदा मकसद भुल गया। ते वो जदों मकसद भुलिया ते उस समय उन्हें आख्या भी मेरा भी कोई वजूद है, मेरी भी कोई हस्ती। वो कहती मैं सब तो उच्ची हाँ, मैं सब तो महान हाँ, सब तो वड्डी हाँ। पर सच ये सी सारी रात वो एक निक्की जी बूंद जेड़ी पहाड़ की चोटी ते बैठी हुई गुमान करती सी, जेड़ी बर्फ का रूह बनी सी, जदों थोड़ा जिहा सवेरे सूरज निकलिया, सूरज दीयां किरणां पईयां, तपश पई, हुण कोई बर्फ जिहड़ी बूंद बर्फ बन गई सी ते जिहड़ी आखदी सी मैं इन्नी उच्ची हाँ ते मेरे तो नीवे सारा कुछ मेरे तो नीवा, मेरे तो थले मैं सब तो उच्चे। जदों उहनूं सेक पिया ते कोई फिर बूंद बर्फ जदों पकड़ के थले आउण लगी ते उहनूं पता लग्या मेरे तो वड्डा भी कोई है, मेरे तो ताकतवर भी कोई है। जदों बूंद थले आई ते उहदा सफर शुरू हो गया, उहदी यात्रा शुरू हो गई। सच जाने जदों मनुख हंकार की चोटी तो थले आउंदा है ना उदों फिर अपनी मंजिल वल तुरदा है। जिन्ना चिर हंकार नाल भरिया अपनी मंजिल वल कदे नहीं वध सकदा। महाराज ने तां ही आख्या ना, कह लगे मैं तो असल विच मैं तो यात्रा जिहड़ी है वो शुरू होंदी है ते याद रखी मैं मिट गई ते तू ते यात्रा खत्म हो गई। जिन्ना चिर मैं है, जिन्ना चिर मेरी मैं मेरा, उन्ना चिर याद रखी तू कभी भी अकाल पुरख परमात्मा का रूप नहीं हो सकता। ते जिदन तू तेरा उदन तेरे तक पहुंच गया समझी तेरी यात्रा मुकम्मल होगी, तेरा संसार में आया हुआ सफला। रब्बी बाणी का वचन पढ़ते हैं जिन्हों ने मैं मेरी की उन्होंने हालत भी देख लो संसार में। बड़े प्यारे वचन ने, मेरी मेरी कैरो करते दुर्योधन सिपाही, 12 जोजन छत्र चले थंदे ही गर्जन खाई। जेड़े मेरी मेरी करते सन दुर्योधन वर्गे महान योधे सन, कह लगे हालत ये हुई गिद्धियां ने कह लगे उन्होंने लुत्थां नूं खाधा। ते एक पासे जेड़े मैं नूं मिटा के तू तक पहुंच गए, फिर उन्होंने मेरी नहीं आख्या, मेरा नहीं आख्या, उन्होंने कह दिता मेरा मुझ में किश नहीं, जो किश है सो तेरा, तेरा तुझको सौंपते क्या लागे मेरा। कह दिता तू तू करता तू गया, मुझ में रही ना हूं। कह लगे जब आपा पर का मिट गया, जब देखूं तक तू। कह लगे हुण जदों मैं ते मेरी मिट गई, हुण केवल तू ही, तेरा ही है, मेरा ते मेरे विच कुछ भी नहीं। ये सब कुछ तेरा, तेरी बनाई रचना, तेरी कायनात तू आप बनाई है। महाराज कृपा करते ने, वेख संसार के अंदर रावण वर्गे हुए, संसार के अंदर रामचंद्र वर्गे हुए, पता नहीं होर किन्नियां को हस्तियां संसार विच आईयां ने ते कह लगे खाक हो गईयां। याद रखी जे तू भी मालिक का रूप ना होया ते कह लगे तू भी परमात्मा के दर ते बैठा, तेनू भी उलामे मिल, तेनू भी उलामा मिलेगा। ते उलामा कदों मिलता है भला? उलामा उदों मिलता है जदों आपां किसी की चीज लैके जाइए तो वो चीज़ नूं विगाड़ के लै आईए। कोई चीज़ सानू देवे
ਤੇ ਆਪਾਂ ਲੈ ਕੇ ਜਾਈਏ, ਫਿਰ ਉਹ ਚੀਜ਼ ਨੂੰ ਵਿਗਾੜ ਕੇ ਜਦੋਂ ਵਾਪਸ ਲਿਆ ਕੇ ਅਗਲੇ ਨੂੰ ਦਈਏ ਤੇ ਅਗਲਾ ਕਹਿੰਦਾ ਅੱਗੇ ਤੋਂ ਤੈਨੂੰ ਦੇਣੀ ਨਹੀਂ ਚੀਜ਼ ਕਿਉਂ ਤੂੰ ਵਿਗਾੜ ਕੇ ਦਿੱਤੀ। ਕੋਈ ਗੱਡੀ ਲੈ ਜਾਵੇ ਸਾਡੀ, ਅਗਰ ਉਹ ਉਸ ਗੱਡੀ ਨੂੰ ਕੋਈ ਵਿਗਾੜ ਪਾ ਕੇ ਵਾਪਸ ਲੈ ਕੇ ਆਵੇ, ਅਸੀਂ ਕਹਿੰਦੇ ਹਾਂ ਅੱਗੇ ਤੋਂ ਫਲਾਣੇ ਬੰਦੇ ਨੂੰ ਕੋਈ ਚੀਜ਼ ਨਹੀਂ ਦੇਣੀ, ਕਿਉਂ ਜਦੋਂ ਚੀਜ਼ ਲੈ ਕੇ ਜਾਂਦਾ ਵਿਗਾੜ ਕੇ ਦਿੰਦਾ। ਭਾਵ ਉਲਾਮਾ ਜਦੋਂ ਤੂੰ ਰੱਬ ਦੇ ਦਰ ਤੇ ਜਾਵੇਂਗਾ ਤੇ ਉਦੋਂ ਆ ਦੇਹੀ ਤੈਨੂੰ ਜਿਹੜੀ ਪਰਮਾਤਮਾ ਨੇ ਦਿੱਤੀ ਸੀ, ਜਿਹੜੇ ਹੱਥ ਪੈਰ, ਇਹ ਜ਼ੁਬਾਨ, ਅੱਖਾਂ, ਕੰਨ, ਇਹ ਜੋ ਸੋਹਣਾ ਜੀਵਨ ਤੈਨੂੰ ਰੱਬ ਨੇ ਦਿੱਤਾ ਸੀ, ਜਦੋਂ ਤੂੰ ਰੱਬ ਦੇ ਦਰ ਤੇ ਗਿਆ ਤੈਨੂੰ ਉਲਾਮਾ ਮਿਲਣਾ। ਅੱਖਾਂ ਦਿੱਤੀਆਂ ਸਨ ਇਸ ਵਾਸਤੇ ਇਹ ਵਿਸ਼ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਹਰ ਰੂਪ ਨਜ਼ਰੀਆ ਹੈ, ਪਰ ਵੇਖਿਆ ਹਰੀ ਤੂੰ। ਕਹਿਣ ਲੱਗੇ ਕੰਨ ਦਿੱਤੇ ਸਨ, ਇਹ ਸ਼ਰਵਣੋਂ ਮੇਰਿਓ ਸੱਚ ਸੁਣਨੇ ਨੂੰ ਪਠਾਏ, ਸੱਚ ਸੁਣਿਆ ਤੂੰ। ਕਹਿਣ ਲੱਗੇ ਅੱਖਾਂ ਨਾਲ ਸੱਚ ਵੇਖਿਆ ਤੂੰ। ਕਹਿਣ ਲੱਗੇ ਜ਼ੁਬਾਨ ਨਾਲ ਸੱਚ ਬੋਲਿਆ ਤੂੰ। ਕਹਿਣ ਲੱਗੇ ਸਾਰੀ ਜ਼ਿੰਦਗੀ ਜ਼ੁਬਾਨ ਨਾਲ ਝੂਠ ਬੋਲਿਆ, ਜ਼ੁਬਾਨ ਨਾਲ ਗੰਦ ਬੋਲਿਆ, ਕੰਨਾਂ ਨਾਲ ਗੰਦ ਸੁਣਿਆ। ਫਿਰ ਮਹਾਰਾਜ ਨੇ ਕਹਿ ਲੱਗੇ ਇਹ ਪੈਰ ਦਿੱਤੇ ਸਨ ਤੈਨੂੰ ਇਸ ਕਰਕੇ ਵੀ ਇਹਨਾਂ ਪੈਰਾਂ ਨੂੰ ਸਤਸੰਗ ਤੱਕ ਲੈ ਕੇ ਜਾਵੀਂ, ਇਹਨਾਂ ਕਦਮਾਂ ਨੂੰ ਚੰਗੀ ਥਾਂ ਲੈ ਕੇ ਜਾਈਂ। ਤੇ ਕਹਿ ਲੱਗੇ ਜਦੋਂ ਵੀ ਤੇਰੇ ਪੈਰ ਚੱਲ ਚੱਲ ਕੇ ਘਿਸ ਗਏ, ਪਰ ਕਦੀ ਕਹਿ ਲੱਗੇ ਚੱਲ ਕੇ ਚੰਗੀ ਥਾਂ ਤੇ ਨਹੀਂ ਗਏ। ਇਹ ਹੱਥ ਕਹਿ ਲੱਗੇ ਰੱਬ ਨੇ ਸੱਚੀ ਕਿਰਤ ਕਰਨ ਵਾਸਤੇ ਦਿੱਤੇ ਸਨ, ਪਰ ਇਹਨਾਂ ਹੱਥਾਂ ਨਾਲ ਤੂੰ ਸੰਸਾਰ ਦੇ ਅੰਦਰ ਲੋਕਾਂ ਦੇ ਹੱਕ ਮਾਰੇ, ਲੁੱਟਾਂ ਖੋਹਾਂ ਕੀਤੀਆਂ, ਪਤਾ ਨਹੀਂ ਕਿੰਨੇ ਕੁ ਜ਼ੁਲਮ ਤੋਂ ਲੋਕਾਂ ਤੇ ਕੀਤੇ। ਤੇਰੇ ਹੱਥ ਵਿੱਚ ਕਲਮ ਆਈ ਤੇ ਤੂੰ ਉਹ ਲਿਖਿਆ ਜਿਹੜਾ ਸੰਸਾਰ ਦੇ ਵਿੱਚ ਕਹਿ ਲੱਗੇ ਲਿਖਣ ਦੇ ਨਾਲ ਹਮੇਸ਼ਾ ਹੀ ਮਨੁੱਖਤਾ ਦੇ ਅੰਦਰ ਡਰ ਭੈ ਪੈਦਾ ਹੋ ਗਿਆ। ਇਹਨਾਂ ਹੱਥਾਂ ਦੇ ਨਾਲ ਕਹਿਣ ਲੱਗੇ ਤੂੰ ਸੰਸਾਰ ਅੰਦਰ ਕਿਰਤ ਵੀ ਉਹ ਕੀਤੀ ਜਿਹੜੀ ਮਾਲਕ ਨੂੰ ਮਨਜ਼ੂਰ ਨਹੀਂ ਸੀ, ਪ੍ਰਵਾਨ ਨਹੀਂ ਸੀ। ਤਾਂ ਮਾਲਕ ਦੇ ਦਰ ਤੇ ਤੈਨੂੰ ਗੁਲਾਮੇ ਮਿਲਣਗੇ, ਕਿਉਂਕਿ ਤੂੰ ਇਸ ਦੇਹੀ ਨੂੰ ਦਾਗੀ ਕਰਕੇ ਪਰਮਾਤਮਾ ਦੇ ਦਰ ਤੇ ਲੈ ਕੇ ਜਾਵੇਂਗਾ। ਤਾਂ ਬਾਬਾ ਫਰੀਦ ਜੀ ਆਖਦੇ ਨੇ, ਕਹਿਣ ਲੱਗੇ ਵੇਖ ਸੰਸਾਰ ਦੇ ਅੰਦਰ ਕਿੰਨੇ ਜੀਵ ਆਏ, ਕਿੰਨੇ ਗਏ, ਪਰ ਸੱਚ ਇਹ ਜਾਣੀ ਮਾਲਕ ਦੇ ਦਰ ਤੇ ਕੋਈ ਪ੍ਰਵਾਨ ਹੋਇਆ ਜਿਹੜਾ ਮਾਲਕ ਦੇ ਹੁਕਮ ਦੇ ਵਿੱਚ ਪਹਾੜੇ ਵਿੱਚ ਆਪਣੇ ਜੀਵਨ ਨੂੰ ਗੁਜ਼ਾਰ ਕੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਨੇ ਸੰਸਾਰ ਤੇ ਜਗਤ ਨਾਸ਼ਵੰਤ ਸਦੀਵ ਰਹਿਣ ਵਾਲਾ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਕਹੇ ਨਾਨਕ ਥਿਰ ਨਾ ਰਹਿ, ਜੋ ਬਾਲੂ ਕੀ ਭੀਤ। ਅਗਲਾ ਬਚਨ ਕੀਤਾ ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜੋ ਸੰਸਾਰ। ਇਹ ਸੰਸਾਰ ਸੁਪਨੇ ਦੀ ਨਿਆਈ ਹੈ, ਇਹ ਸਦੀਵ ਰਹਿਣ ਵਾਲਾ ਨਹੀਂ। ਪਰ ਹਾਂ ਇਹ ਸੰਸਾਰ ਨੂੰ, ਇਸ ਜਗਤ ਨੂੰ, ਇਸ ਕਾਇਨਾਤ ਨੂੰ ਜਿਹੜਾ ਬਣਾਉਣ ਵਾਲਾ ਹੈ ਉਹ ਸਦੀਵ ਰਹਿਣ ਵਾਲਾ ਹੈ, ਉਹ ਹਮੇਸ਼ਾ ਰਹਿਣ ਵਾਲਾ ਹੈ। ਉਹ ਨਾ ਕਦੀ ਮਿਟਿਆ ਸੀ ਤੇ ਨਾ ਉਹਨੂੰ ਮਿਟਾ ਸਕਦਾ। ਹਾਂ ਉਹ ਇਸ ਸੰਸਾਰ ਨੂੰ ਬਣਾ ਵੀ ਸਕਦਾ ਹੈ, ਮਿਟਾ ਵੀ ਸਕਦਾ ਹੈ। ਤੇ ਮਹਾਰਾਜ ਆਖਦੇ ਨੇ ਕੇਵਲ ਇੱਕ ਅਕਾਲ ਪੁਰਖ ਹੈ ਜਿਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਮਿਟਾ ਸਕਦੀ। ਸੋ ਅਸੀਂ ਇਹ ਸੰਸਾਰ ਦੀ ਰਚਨਾ ਜੋ ਅਕਾਲ ਪੁਰਖ ਨੇ ਕੀਤੀ, ਇਸ ਸੰਸਾਰ ਨੂੰ ਬਣਾਇਆ, ਇਸ ਸੰਸਾਰ ਦੇ ਨਾਲ ਪ੍ਰੀਤ ਨਹੀਂ ਪਾਉਣੀ, ਸਾਂਝ ਨਹੀਂ ਪਾਉਣੀ, ਬਲਕਿ ਸਾਂਝ ਪਾਉਣੀ ਉਹ ਬਣਾਉਣ ਵਾਲੇ ਕਰਤੇ ਨਾਲ, ਉਸ ਅਕਾਲ ਪੁਰਖ ਨਾਲ ਜਿਹਨੇ ਸਾਰੀ ਕਾਇਨਾਤ ਨੂੰ ਬਣਾਇਆ ਹੈ। ਸੋ ਯਤਨ ਕਰੀਏ ਵੀ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਨਾਲ ਜੁੜੀਏ ਜਿਹੜਾ ਸਾਨੂੰ ਬਣਾਉਣ ਵਾਲਾ ਹੈ, ਜਿਹਨੇ ਇੰਨੀ ਸੋਹਣੀ ਰਚਨਾ ਬਣਾਈ ਹੈ, ਇਹ ਕਾਇਨਾਤ ਨੂੰ ਖੂਬਸੂਰਤ ਬਣਾਇਆ ਹੈ, ਇੰਨੀ ਸੋਹਣੀ ਕੁਦਰਤ ਬਣਾਈ ਹੈ। ਤੇ ਆਪਾਂ ਉਸ ਮਾਲਕ ਦਾ ਸ਼ੁਕਰਾਨਾ ਕਰੀਏ, ਉਹਦੇ ਨਾਲ ਸਾਂਝ ਪਾਈਏ, ਉਹਦੇ ਚਰਨਾਂ ਨਾਲ ਜੁੜੀਏ, ਤਾਂ ਜੋ ਸਾਡਾ ਜੀਵਨ ਵੀ ਜਿਹੜਾ ਉਹਦੇ ਚਰਨਾਂ ਨਾਲ ਜੁੜ ਕੇ ਸਫਲਾ ਹੋ ਜਾਵੇ। ਮਹਾਰਾਜ ਕਿਰਪਾ ਕਰਨ, ਸਤਿਗੁਰ ਬਖਸ਼ਿਸ਼ ਕਰਨ, ਆਪਣੇ ਚਰਨਾਂ ਦਾ ਪਿਆਰ ਆਸੀਸ ਸਾਨੂੰ ਬਖਸ਼ਿਸ਼ ਕਰਨ, ਤਾਂ ਜੋ ਸਾਨੂੰ ਜੀਵਨ ਦੀ ਇਹ ਸੱਚਾਈ ਪਤਾ ਲੱਗ ਸਕੇ ਤੇ ਆਪਾਂ ਇਸ ਸੱਚ ਨੂੰ ਮੰਨਦੇ ਹੋਏ ਆਪਣੇ ਜੀਵਨ ਨੂੰ ਗੁਰੂ ਆਸ਼ੇ ਅਨੁਸਾਰ ਬਤੀਤ ਕਰ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।